सारा काला ही होया सी। ਜਿਹੜੇ ਜਿੱਥੇ ਜਿੱਥੇ ਵੀ ਅਟੈਕ ਹੋਏ ਦਰਬਾਰ ਸਾਹਿਬ ਤੋਂ ਬਾਹਰ ਕਾਲ ਤਖਤ ਹੀ, ਡਿਉੜੀ ਹੀ ਤੇ ਜੈਸੇ ਸਮੁੰਦਰੀ ਹਾਲ ਵੀ ਅਸੀਂ ਵੇਖਿਆ, ਉਹ ਜਿਹੜਾ ਉਸ ਤਰ੍ਹਾਂ ਹੀ ਸਾਰਾ ਤਬਾਹੀ ਹੋਈ, ਕਿਸੇ ਨੂੰ ਰਿਪੇਅਰ ਨਹੀਂ ਕੀਤਾ ਗਿਆ, ਸਿਰਫ ਕਾਲ ਤਖਤ ਨੂੰ ਜਿਹੜਾ ਬਣਾਇਆ ਜਾ ਰਿਹਾ ਹੈ। ਪਿੰਡ 'ਚ ਰੋਜ਼ ਦੱਸਦੇ ਹੁੰਦੇ ਸੀ ਵੀ ਯਾਰ ਗੱਡੀਆਂ ਇਹਨੂੰ ਜਾਂਦੀਆਂ ਵਿੱਚ ਲਾਸ਼ਾਂ ਲੱਦੀਆਂ ਵਾ। ਕੋਈ ਹਰੀਕੇ ਲੈ ਗਏ ਆ, ਕੋਈ ਬਿਆਸਾ ਦਰਿਆ ਲੈ ਗਏ ਆ, ਕੋਈ ਕਿੱਧਰ ਨੂੰ ਲੈ ਗਏ ਆ। ਇਹ ਗੱਡੀਆਂ ਬੰਦ ਹੁੰਦੀਆਂ ਸੀ, ਇਹੋ ਹੁੰਦਾ ਸੀ ਵੀ ਵਿੱਚ ਲਾਸ਼ਾਂ ਲੱਦ ਕੇ ਤੇ ਲਈ ਜਾਂਦੇ ਆ। ਜਿਹੜਾ ਸ਼ਹੀਦਾਂ ਦੇ ਸ਼ਮਸ਼ਾਨ ਘਾਟ ਆ ਚਾਟੀਵਿੰਡ ਚੌਂਕ ਦੇ ਵਿੱਚ, ਅਸੀਂ ਉਸ 'ਤੇ ਉਹ ਬੱਚੇ ਦਾ ਸੰਸਕਾਰ ਕਰਨ ਗਏ ਅਤੇ ਉੱਥੇ ਜਾ ਕੇ ਵੇਖਿਆ ਕਿ ਜਿਹੜੀਆਂ ਉੱਥੇ ਜਿਹੜਿਆਂ 84 ਦੇ ਅਟੈਕ ਦੇ ਜਿਹੜੇ ਬੱਚੇ ਜਾਂ ਜੋ ਵੀ ਜਿੰਨੇ ਵੀ ਸ਼ਹੀਦ ਹੋਏ ਸੀ ਉਹਨਾਂ ਦੇ ਸੰਸਕਾਰ ਕੀਤੇ ਗਏ। ਅਤੇ ਉੱਥੇ ਵੱਖ-ਵੱਖ ਢੇਰੀਆਂ ਜਿਹੜੀਆਂ ਉਹਨਾਂ ਦੀਆਂ ਹੱਡੀਆਂ ਦੀਆਂ ਜਿਹੜੀਆਂ ਪਈਆਂ ਸੀ, ਬੜੇ ਵੱਡੇ ਢੇਰ ਲੱਗੇ ਸੀ। ਅਤੇ ਜਿਹੜੇ ਸਮਾਨ ਛੂੰਹਦੇ ਦਰਖਤ ਆ ਉਹ ਸਾਰੇ ਸੜ ਕੇ ਸਵਾਹ ਹੋਏ। ਅਤੇ ਉੱਥੋਂ ਸੁਣਿਆ ਗਿਆ ਕਿ ਇੱਥੇ ਪੈਟਰੋਲ ਪਾ ਕੇ ਲਾਸ਼ਾਂ ਸਾੜੀਆਂ ਗਈਆਂ ਅਤੇ ਕੂੜੇ ਵਾਲੀਆਂ ਟਰਾਲੀਆਂ ਦੇ ਵਿੱਚ ਲਾਸ਼ਾਂ ਲਿਆਂਦੀਆਂ ਗਈਆਂ। ਅੱਜ ਮੈਨੂੰ ਲੱਗਦਾ ਕਿ ਇਹ ਸਭ ਕੁਝ ਇੱਕਦਮ ਨਹੀਂ ਹੋਇਆ। ਇਹ ਇੱਕਦਮ ਨਹੀਂ ਸੀ ਕਿ ਇੱਕ ਦੇਸ਼ ਦੀਆਂ ਫੌਜਾਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਆ ਚੜੀਆਂ ਤੇ ਐਡਾ ਵੱਡਾ ਕਾਂਡ ਸਾਹਮਣੇ ਆਇਆ। ਸ਼ਾਇਦ ਇਸ ਦੀ ਮਿਸਾਲ ਦੁਨੀਆ ਦੇ ਹੋਰ ਕਿਸੇ ਦੇਸ਼ ਵਿੱਚ ਨਹੀਂ ਮਿਲਦੀ ਹੋਵੇਗੀ। ਇਹਦਾ ਮੁੱਢ ਕੋਈ ਇੱਕ ਦੋ ਦਿਨਾਂ 'ਚ ਨਹੀਂ ਵੱਜਿਆ। ਜੇ ਸਿੱਖ ਕੌਮ ਦਾ ਇਤਿਹਾਸ ਵੇਖਿਆ ਜਾਵੇ ਤੇ ਸ਼ਾਇਦ ਸਿੱਖ ਕੌਮ ਸ਼ੁਰੂ ਤੋਂ ਹੀ ਸੰਘਰਸ਼ਸ਼ੀਲ ਰਹੀ ਹੈ, ਸ਼ੁਰੂ ਤੋਂ ਹੀ ਘੱਲੂਘਾਰੇ ਸਾਕੇ ਵੇਖਦੀ ਰਹੀ ਹੈ, ਪਰ ਫਿਰ ਵੀ ਚੜ੍ਹਦੀ ਕਲਾ 'ਚ ਰਹੀ। ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਦਾ ਹਰਿਮੰਦਰ ਸਾਹਿਬ ਤੇ ਹਮਲਾ ਹੋਵੇ, ਚਾਹੇ ਉਹ ਅੰਗਰੇਜ਼ਾਂ ਦੇ ਨਾਲ ਨਨਕਾਣਾ ਸਾਹਿਬ ਗੁਰਦੁਆਰੇ ਦਾ ਸਾਕਾ ਹੋਵੇ, ਚਾਹੇ ਉਹ ਸ਼੍ਰੋਮਣੀ ਕਮੇਟੀ ਨੂੰ ਹੋਂਦ 'ਚ ਲਿਆਉਣ ਦਾ ਸੰਘਰਸ਼ ਹੋਵੇ, ਚਾਹੇ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੇ ਲਈ ਲਾਇਆ ਗਿਆ ਸੰਘਰਸ਼ ਹੋਵੇ, ਮੋਰਚੇ ਤੇ ਸਿੱਖ ਧਰਮ ਦੇ ਨਾਲ ਚੱਲਦੇ ਰਹੇ। 1978 ਦੇ ਵਿੱਚ ਨਨਕਾਰੀਆਂ ਦੇ ਨਾਲ ਹੋਇਆ ਸਾਕਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਸ ਵਰਤਾਰੇ ਦਾ ਮੁੱਢ ਬਣ ਗਿਆ। ਪੰਜਾਬ ਦੀਆਂ ਜਾਇਜ਼ ਮੰਗਾਂ ਨੂੰ ਮਨਾਉਣ ਦੇ ਲਈ ਸ਼ੁਰੂ ਕੀਤਾ ਗਿਆ ਅਨੰਦਪੁਰ ਸਾਹਿਬ ਦਾ ਮਤੇ ਨੂੰ ਲੈ ਕੇ ਸੰਘਰਸ਼ ਕਦ ਧਰਮ ਯੁੱਧ ਮੋਰਚੇ ਦੇ ਵਿੱਚ ਬਦਲ ਗਿਆ। ਪੰਜਾਬੀਆਂ ਦਾ ਸੰਘਰਸ਼ ਨਾ ਹੋ ਕੇ ਸਿੱਖ ਕੌਮ ਦੇ ਸੰਘਰਸ਼ ਦੇ ਵਿੱਚ ਬਦਲ ਗਿਆ। ਤੇ ਕਦ ਇਹ ਮੋਰਚਾ ਉਸ ਵੇਲੇ ਦੀ ਮੌਜੂਦਾ ਲੀਡਰਸ਼ਿਪ ਦੇ ਹੱਥੋਂ ਨਿਕਲ ਕੇ ਭਿੰਡਰਾਂ ਵਾਲਿਆਂ ਦੇ ਹੱਥ ਜਾ ਕੇ ਇੱਕ ਸੰਘਰਸ਼ਮਈ ਮੋਰਚੇ 'ਚ ਹੋਰ ਅਗਾਂਹ ਤਬਦੀਲ ਹੋ ਗਿਆ, ਜਿਹਦਾ ਅੰਤ ਜੂਨ 84 ਤੇ ਆ ਕੇ ਨਿਬੜਿਆ। 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਹੋਇਆ, ਉਸ ਵੇਲੇ ਮੈਂ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ। ਜਦੋਂ ਇੱਕਦਮ ਸਕੂਲ ਦੇ ਵਿੱਚ ਸਾਨੂੰ ਛੁੱਟੀ ਕਰ ਦਿੱਤੀ ਗਈ ਤੇ ਜਦੋਂ ਉਦੋਂ ਘਰ ਨੂੰ ਜਾਣ ਲੱਗੇ ਤੇ ਬਾਜ਼ਾਰ ਦੇ ਵਿੱਚ ਸਾਨੂੰ ਪਤਾ ਲੱਗਾ ਜੀ ਕਿ ਕੋਈ ਗੋਲੀ ਚੱਲ ਗਈ ਹੈ ਤੇ ਬੜੇ ਸਿੰਘ ਸ਼ਹੀਦ ਹੋ ਗਏ। ਉਦੋਂ ਮੇਰੀ ਉਮਰ ਸਾਰੀ 13-14 ਸਾਲ ਦੀ ਸੀ ਤੇ ਉਦੋਂ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਵੀ ਇਹ ਜਿਹੜੀ ਘਟਨਾ ਅੱਜ ਹੋਈ ਹੈ ਇਹ ਇੰਨੀ ਜ਼ਿਆਦਾ ਅੱਗੇ ਤੱਕ ਚੱਲਦੀ ਜਾਏਗੀ ਕਿ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਦੌਰ ਅੱਤਵਾਦ ਦਾ ਜਿਹਨੂੰ ਨਾਂ ਦਿੱਤਾ ਗਿਆ, ਦਹਿਸ਼ਤਗਰਦੀ ਦਾ ਨਾਂ ਦਿੱਤਾ ਗਿਆ, ਵੀ ਚੱਲ ਜਾਏਗਾ ਕਿ ਜਿਹਦਾ ਸਾਹਮਣਾ ਬਹੁਤ ਸਾਰੇ ਸਾਲਾਂ ਤੱਕ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਜਾਏਗਾ। ਜਦੋਂ ਤੱਕ ਘਰ ਪਹੁੰਚੇ 1978 ਦੇ ਵਿੱਚ, ਘਰ ਜਾ ਕੇ ਕੁਝ ਸਾਨੂੰ ਗੱਲਾਂ ਸਮਝ ਲੱਗੀਆਂ, ਕੁਝ ਨਹੀਂ ਸਮਝ ਲੱਗੀਆਂ। ਮੁੱਕਦੀ ਗੱਲ ਇਹ ਪਤਾ ਲੱਗੀ ਕਿ ਕੁਝ ਹਮਲਾ ਹੋਇਆ ਜੀ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਹੋਈ ਹੈ ਔਰ 13 ਸਿੰਘ ਉਹਦੇ 'ਚ ਸ਼ਹੀਦ ਹੋ ਗਏ। ਉਸ ਤੋਂ ਬਾਅਦ ਬਾਜ਼ਾਰਾਂ ਦੇ ਵਿੱਚ ਜਲੂਸ ਨਿਕਲਣੇ ਸ਼ੁਰੂ ਹੋ ਗਏ ਔਰ ਹੌਲੀ ਹੌਲੀ ਇੱਕ ਮਾਹੌਲ ਇੱਦਾਂ ਦਾ ਬਣਦਾ ਗਿਆ ਜਿਸ ਤੋਂ ਪੰਜਾਬ ਦੇ ਵਿੱਚ ਇੱਕ ਇੱਦਾਂ ਦੀ ਭਾਵਨਾ ਮਤਲਬ ਆਈ ਕਿ ਇਹ ਜੋ ਹੋਇਆ ਗਲਤ ਹੋਇਆ ਪਰ ਇਹਦੇ 'ਚ ਇਨਸਾਫ ਨਹੀਂ ਮਿਲ ਰਿਹਾ। ਔਰ ਇਸ ਭਾਵਨਾ ਦੇ ਨਾਲ ਜਿਹੜੀ ਨੌਜਵਾਨਾਂ ਦੇ ਵਿੱਚ ਇੱਕ ਜਿਹੜੀ ਇਨਸਾਫ ਨਾ ਮਿਲਣ ਦੀ ਜਿਹੜੀ ਗੱਲ ਹੈ ਨਾ, ਇਹ ਇਸ ਤਰੀਕੇ ਨਾਲ ਘਰ ਗਈ ਕਿ ਸਰਕਾਰ ਜਿਹੜੀ ਹੈ ਇਹ ਕਿਸੇ ਤਰੀਕੇ ਦਬਾਉਣਾ ਚਾਹੁੰਦੀ ਹੈ ਔਰ ਇਨਸਾਫ ਨਹੀਂ ਦੇਣਾ ਚਾਹੁੰਦੀ। ਹੌਲੀ ਹੌਲੀ ਇਹ ਮਸਲਾ ਭਖਦਾ ਇੱਥੋਂ ਤੱਕ ਪਹੁੰਚ ਗਿਆ ਕਿ ਆਪਸ ਦੇ ਵਿੱਚ ਫਿਰਕਾਬਾਜ਼ੀ ਦੇ ਵਿੱਚ ਵੀ ਇਹਦਾ ਅਸਰ ਆਉਣਾ ਸ਼ੁਰੂ ਹੋ ਗਿਆ। ਸਮੇਂ ਦੀਆਂ ਸਰਕਾਰਾਂ ਨੇ ਆਪਣੀ ਰਾਜਨੀਤਿਕ ਖੇਡ ਨੂੰ ਖੇਡਦਿਆਂ ਹੋਇਆਂ ਇਹਦੇ ਵਿੱਚੋਂ ਆਪਣਾ ਲਾਹਾ ਲੈਣਾ ਸ਼ੁਰੂ ਕੀਤਾ। ਇਹ ਸਾਰਾ ਅੰਦੋਲਨ ਚਲਦਿਆਂ ਧਰਮ ਯੁੱਧ ਮੋਰਚੇ ਦੇ ਰੂਪ ਦੇ ਵਿੱਚ ਬਦਲ ਗਿਆ ਕਿਉਂਕਿ ਘਰ ਬਿਲਕੁਲ ਹਰਿਮੰਦਰ ਸਾਹਿਬ ਦੇ ਨੇੜੇ ਸੀ। ਧਰਮ ਯੁੱਧ ਮੋਰਚੇ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬੜੇ ਦੀਵਾਨ ਲੱਗਦੇ ਹੁੰਦੇ ਸਨ, ਉੱਥੇ ਤਕਰੀਰਾਂ ਹੁੰਦੀਆਂ ਸਨ। ਉਦੋਂ ਫਿਰ ਸੰਤ ਲੌਂਗੋਵਾਲ ਧਰਮ ਯੁੱਧ ਮੋਰਚੇ ਦੇ ਇੱਕ ਲੀਡਰ ਦੇ ਤੌਰ ਦੇ ਉੱਤੇ ਉੱਭਰ ਕੇ ਆਏ। ਫਿਰ ਹੌਲੀ ਹੌਲੀ ਉਸ ਤੋਂ ਬਾਅਦ
ਜੋ ਹੈ ਇਸ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਹੋ ਗਈਆਂ, ਜੱਥੇ ਦੇ ਜੱਥੇ ਜਾਣਾ ਸ਼ੁਰੂ ਹੋ ਗਏ, ਬੜੀ ਵੱਡੀ ਇੱਕ ਮੂਵਮੈਂਟ ਬਣ ਗਈ। ਔਰ ਕਿਉਂਕਿ ਉਸ ਵੇਲੇ ਕਾਂਗਰਸ ਸਰਕਾਰ ਸੀ ਤੇ ਕਾਂਗਰਸ ਸਰਕਾਰ ਵਾਸਤੇ ਇਸ ਗੱਲ ਦਾ ਆਪਣੇ ਆਪ ਦੇ 'ਚ ਸਾਹਮਣਾ ਕਰਨਾ ਬਹੁਤ ਉਹਨਾਂ ਵਾਸਤੇ ਇੱਕ ਪੋਲੀਟੀਕਲ ਚੈਲੰਜ ਬਣ ਗਿਆ। ਸ਼ਾਇਦ ਇਸ ਚੈਲੰਜ ਦੇ ਵਿੱਚੋਂ ਫਿਰ ਇੱਕ ਹੋਰ ਪਾਵਰ ਸੈਂਟਰ ਬਣਾਇਆ ਗਿਆ। ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਦੋਂ ਧਰਮਯੁੱਧ ਮੋਰਚੇ 'ਚ ਆਏ ਤੇ ਇਸ ਮੋਰਚੇ ਦੇ ਵਿੱਚ ਅੱਗੇ ਇੱਕ ਹੋਰ ਬੜੀ ਨਵੀਂ ਖਾਸ ਕਿਸਮ ਦੀ ਇੱਕ ਰੂਹ ਫੂਕੀ ਗਈ। ਔਰ ਉਸ ਤੋਂ ਬਾਅਦ ਹਾਲਾਤ ਇੰਨੇ ਕੁ ਜ਼ਿਆਦਾ ਜਿਹੜੇ ਹੈ ਕਾਬੂ ਤੋਂ ਬਾਹਰ ਹੋ ਗਏ ਸਰਕਾਰ ਦੇ ਕਿ ਜਿਹਨੂੰ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਫਿਰ ਗਵਰਨਰੀ ਰਾਜ ਵੀ ਲੱਗ ਗਿਆ। ਔਰ ਪੰਜਾਬ ਦੇ ਵਿੱਚੋਂ ਇੱਕ ਬੜੀ ਇਹੋ ਜਿਹੀ ਲਹਿਰ ਚੱਲੀ ਜਿਹਨੇ ਸਾਰੇ ਦੇਸ਼ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ। ਇਹਦੇ ਕੋਈ ਇਹ ਤੱਥ ਨਹੀਂ ਕੱਢੇ ਜਾ ਸਕਦੇ ਕਿ ਉਹਦੇ ਪਿੱਛੇ ਕੋਈ ਇੱਕ ਪਾਰਟਿਕੂਲਰ ਈਵੈਂਟ ਕਿਹੜੀ ਸੀ ਕਿ ਜਿਹਦੇ ਕਰਕੇ ਸਾਰਾ ਕੁਝ ਹੋ ਗਿਆ। ਟਰੇਸ ਕਰੀਏ ਤੇ 1978 ਤੋਂ ਹੀ ਇਹਦਾ ਮੁੱਢ ਬਣਦਾ, ਮੇਰੇ ਖਿਆਲ 'ਚ ਤਾਂ 1978 ਤੇ ਦਾ ਮੁੱਢ ਵੱਜਦਾ। ਪਰ ਉਹ ਚਲਦਿਆਂ ਰਾਜਨੀਤਿਕ ਲਾਹਾ ਲੈਣ ਦੇ ਚੱਕਰ ਦੇ ਵਿੱਚ ਉਹ ਹੱਥੋਂ ਬਾਹਰ ਹੋ ਗਈ ਮੂਵਮੈਂਟ। ਇਹਦੀ ਜਿਹੜੀ ਬੈਕਗਰਾਉਂਡ ਆ ਜਾਂ ਇਹਦਾ ਜਿਹੜਾ ਪਿਛੋਕੜ ਬਹੁਤ ਪਿੱਛੇ ਚਲਾ ਜਾਂਦਾ। ਜਦੋਂ ਆਜ਼ਾਦੀ ਦੀ ਅਜੇ ਲਹਿਰ ਸ਼ੁਰੂ ਹੋਈ ਸੀ 1908 ਦੇ ਲਾਗੇ ਚਾਗੇ, ਸ਼ਾਇਦ ਇਸ ਤੋਂ ਵੀ ਪਹਿਲਾਂ, ਸਿੱਖ ਕੌਮ ਜਿਹੜੀ ਸੀ ਕੁਦਰਤੀ ਜਿਹੜੀ ਸੀਗੀ ਉਹ ਰਾਸ਼ਟਰਵਾਦ ਨਾਲ ਓਨਾ ਹੀ ਪਿਆਰ ਕਰਦੀ ਜਿੰਨਾ ਦੂਸਰੀਆਂ ਕੌਮਾਂ। ਪਰ ਇਹਨਾਂ ਨੇ ਕੋਈ ਮੰਗ ਨਹੀਂ ਰੱਖੀ ਸਿੱਖ ਕੌਮ ਨੇ, ਕਿਉਂਕਿ ਇਹਨਾਂ ਦੇ ਅੰਦਰ ਇੰਨਾ ਬੇਗਾਨਾਪਨ ਵੀ ਨਹੀਂ ਸੀਗਾ। ਇਹਨਾਂ ਨੂੰ ਜਿਹੜੀ ਉਸ ਵੇਲੇ ਹੈਵੀ ਪਾਰਟੀ ਸੀਗੀ ਕਾਂਗਰਸ, ਜਿਹਦੇ 'ਚ ਜਵਾਹਰ ਲਾਲ ਨਹਿਰੂ, ਪੰਡਿਤ ਮੋਤੀ ਲਾਲ ਨਹਿਰੂ, ਮਹਾਤਮਾ ਗਾਂਧੀ ਵਗੈਰਾ ਇਹ ਮੁੱਖ ਧਿਰਾਂ ਸਨ। ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਸੀ ਕਿ ਆਪਾਂ ਸਿੱਖਾਂ ਨੂੰ ਵੀ ਸਿੱਖ ਹੋਮਲੈਂਡ ਦਿਆਂਗੇ। ਲੇਕਿਨ ਬਾਅਦ ਵਿੱਚ ਉਹਨਾਂ ਦਾ ਜਿਹੜਾ ਰਵੱਈਆ ਸੀ ਭਾਰਤ ਸਰਕਾਰ ਦਾ ਉਹ ਬਦਲ ਗਿਆ। ਸਿੱਖ ਹੋਮਲੈਂਡ ਤੇ ਕੀ ਦੇਣੀ ਸੀ ਉਹਨਾਂ ਨੂੰ, ਪੰਜਾਬ ਦੀ ਰਾਜਧਾਨੀ ਵੀ ਨਹੀਂ ਮਿਲੀ ਅੱਜ ਤੱਕ, ਜਦ ਕਿ 1908 ਵਿੱਚ ਹੀ ਇਹਨਾਂ ਨੇ ਪੰਜਾਬ ਦੇ ਬੁੱਧੀਮਾਨਾਂ ਨੇ, ਵਿਦਵਾਨਾਂ ਨੇ ਮੰਗ ਰੱਖੀ ਸੀ ਕਿ ਜਿਹੜੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਵੰਡ ਹੋਣੀ ਹੈ ਸੂਬਿਆਂ ਦੀ, ਉਹ ਬੋਲੀ ਦੇ ਆਧਾਰ 'ਤੇ ਕੀਤੀ ਜਾਵੇ। ਬਾਕੀ ਸੂਬਿਆਂ ਨੇ ਬਣਾ ਵੀ ਦਿੱਤੇ ਬੋਲੀ ਦੇ ਆਧਾਰ 'ਤੇ, ਬੰਗਲਾ, ਤਾਮਿਲਨਾਡੂ ਵਗੈਰਾ ਵਗੈਰਾ। ਪੰਜਾਬੀ ਭਾਸ਼ਾ ਨੂੰ ਵੀ ਪ੍ਰਵਾਨ ਅੱਧ ਪਚੱਧ ਕੀਤਾ, ਲੇਕਿਨ ਉਹਨਾਂ ਨੂੰ ਬੋਲੀ ਦੇ ਆਧਾਰ 'ਤੇ ਸੂਬਾ ਨਹੀਂ ਦਿੱਤਾ, ਜਿਹਦੀ ਵਜ੍ਹਾ ਸੀ ਕਿ ਅਕਾਲੀ ਦਲ ਜਿਹੜਾ ਇੱਥੋਂ ਦੀ ਮੁੱਖ ਪਾਰਟੀ ਹੈ ਪੰਜਾਬ ਦੀ, ਉਹਨੂੰ ਮੋਰਚੇ ਲਾਉਣੇ ਪਏ। ਜਦੋਂ ਇਹਨਾਂ ਨੇ ਮੋਰਚੇ ਲਾਏ ਤੇ ਪੰਜਾਬ ਦੇ ਵਿੱਚ ਇਹ ਗੱਲ ਮੇਰੇ ਖਿਆਲ 'ਚ 1984 ਦੇ 80 ਦੇ ਲਾਗੇ ਚੱਕ ਸ਼ੁਰੂ ਹੋ ਗਈ ਸੀ। ਤਾਂ ਜਿਹੜੀ ਖਾੜਕੂ ਧਿਰ ਸੀ ਪੰਜਾਬ ਦੀ, ਜਿਹਦਾ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ, ਉਹਨਾਂ ਨੇ ਸਿੱਧੀ ਟੱਕਰ ਦਾ ਐਲਾਨ ਕਰ ਦਿੱਤਾ। ਜਦੋਂ ਐਲਾਨ ਕੀਤਾ, ਕਿਉਂਕਿ ਸ਼ਾਂਤਮਈ ਮੋਰਚੇ ਦਾ ਕੋਈ ਗੱਲ ਬਣ ਨਹੀਂ ਸੀ ਰਹੀ, ਤੇ ਕੁਦਰਤੀ ਗੱਲ ਹੈ ਕਿ ਫਿਰ ਸਰਕਾਰ ਨੇ ਤੇ ਕੰਬਣਾ ਹੀ ਸੀਗਾ, ਠਿੜਕਣਾ ਸੀਗਾ। ਭਿੰਡਰਾਂਵਾਲੇ ਜਿਹੜੇ ਸੰਤ ਸਨ, ਫਿਰ ਉਹ ਪਹਿਲਾਂ ਤਾਂ ਸਰਕਾਰ ਨੇ ਜੋ ਇਤਿਹਾਸ ਕਹਿ ਰਿਹਾ, ਜੋ ਵਾਪਰਿਆ, ਪਹਿਲਾਂ ਤਾਂ ਉਹਨਾਂ ਨੂੰ ਸਤਿਕਾਰ ਦਿੱਤਾ ਥੋੜ੍ਹਾ ਬਹੁਤਾ ਦਿੱਲੀ ਸਰਕਾਰ ਨੇ। ਫਿਰ ਜਦੋਂ ਉਹਨਾਂ ਦੇਖਿਆ ਕਿ ਇਹ ਤਾਂ ਮੈਨੂੰ ਵਰਤ ਰਹੀ ਹੈ ਸਰਕਾਰ, ਉਹ ਬਾਗੀ ਹੋ ਗਏ। ਸਰਕਾਰ ਦੀ ਨੀਤ ਜਿਹੜੀ ਹੈ ਉਹ ਸਾਡੇ ਪ੍ਰਤੀ ਵਧੀਆ ਨਹੀਂ ਸੀ, ਸਿੱਖਾਂ ਪ੍ਰਤੀ। ਸਿੱਖਾਂ ਨੇ ਜਿਹੜਾ ਮੋਰਚਾ ਕਿਸੇ ਨਫ਼ਰਤ ਲਈ ਨਹੀਂ ਸੀ ਲਾਇਆ ਜਾਂ ਕਿਸੇ ਕੌਮ ਦੇ ਖਿਲਾਫ ਨਹੀਂ ਸੀ ਲਾਇਆ। ਹਰ ਸੂਬੇ ਦਾ ਹੱਕ ਹੈ ਆਪਣੇ ਅਧਿਕਾਰਾਂ ਵਾਸਤੇ ਜਾਗਰਤ ਹੋਣਾ। ਔਰ ਅਨੰਦਪੁਰ ਦੇ ਮਤੇ ਦੇ ਵਿੱਚ ਕੋਈ ਵੀ ਜਿਹੜੀ ਹੈ ਗੱਲ ਹੈ ਉਹ ਕਿਸੇ ਦੇ ਖਿਲਾਫ ਨਹੀਂ ਸੀ ਹੈਗੀ, ਪਰ ਉਹਦਾ ਇੱਕ ਰੂਪ ਰੇਖਾ ਇਹੋ ਜਿਹੀ ਬਣ ਗਈ ਜਾਂ ਮੀਡੀਆ ਨੇ ਉਸ ਸਮੇਂ ਵਿੱਚ ਬਣਾ ਦਿੱਤੀ, ਜਾਂ ਇਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਰਹੀ, ਜਾਂ ਇਸ ਤਰ੍ਹਾਂ ਏਜੰਸੀਆਂ ਨੇ ਉਸ ਨੂੰ ਉਭਾਰਿਆ ਕਿ ਜਿਹੜਾ ਇੱਕ ਇਹਨੂੰ ਸਾਰੇ ਸਮੁੱਚੇ ਸਾਡੇ ਘਟਨਾਕ੍ਰਮ ਨੂੰ ਇੱਕ ਕੌਮ ਦੇ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਹਕੀਕਤ ਵਿੱਚ ਇਹ ਗੱਲਾਂ ਐਡੀਆਂ ਹੈ ਨਹੀਂ ਸੀ। ਇਹ ਠੀਕ ਹੈ ਕੁਝ ਘਟਨਾਵਾਂ ਵਾਪਰੀਆਂ, ਪਰ ਉਹਨਾਂ ਦੇ ਕਾਰਨ ਨਹੀਂ ਲੱਭੇ ਗਏ, ਪਰ ਉਹ ਸਿੱਖਾਂ ਦੇ ਸਿਰ ਮੜ ਦਿੱਤੀਆਂ ਗਈਆਂ। ਤਾਂ ਇਸ ਘਟਨਾ ਦੇ ਵਿੱਚੋਂ ਫਿਰ ਇਹ ਜਿਹੜਾ ਜਿਹਨੂੰ ਅਸੀਂ ਗੁਰੂ ਪੰਥ ਨੇ ਤਾਂ ਇਹਨੂੰ ਤੀਜਾ ਘੱਲੂਘਾਰਾ ਕਿਹਾ, ਕਿਉਂਕਿ ਅਸੀਂ ਪਹਿਲੇ ਘੱਲੂਘਾਰੇ ਬਾਰੇ ਵੀ ਪੜ੍ਹਿਆ, ਦੂਸਰੇ ਬਾਰੇ ਵੀ ਪੜ੍ਹਿਆ, ਔਰ ਤੀਸਰਾ ਘੱਲੂਘਾਰਾ ਇਸ ਲਈ ਕਿਹਾ
ਕਿ ਇਹਦੇ ਵਿੱਚ ਬੇਦੋਸ਼ੇ ਲੋਕ ਵੀ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਦੇ ਕਤਲ ਕੀਤੇ ਗਏ ਨੇ। ਜੂਨ 84 ਸਿੱਖ ਕੌਮ ਦੇ ਲਈ ਇੱਕ ਇਹੋ ਜਿਹਾ ਮੋੜ ਸਾਹਮਣੇ ਦੇ ਗਿਆ ਕਿ ਜਿੱਥੋਂ ਇਹ ਸਾਰੀ ਹੀ ਸਿੱਖ ਮਾਨਸਿਕਤਾ ਬਦਲਦੀ ਨਜ਼ਰ ਆਈ। ਅੰਗਰੇਜ਼ਾਂ ਦੇ ਨਾਲ ਭਾਵੇਂ ਜਿਹੜੇ ਸੰਘਰਸ਼ ਦੀ ਅਸੀਂ ਗੱਲ ਕਰਦੇ ਹਾਂ ਜਾਂ ਮੁਗਲਾਂ ਨਾਲ ਸੰਘਰਸ਼ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਸਿੱਖ ਮਾਨਸਿਕਤਾ ਉਹਨਾਂ ਤਖਤਾਂ ਦੇ ਨਾਲ ਹੋਈ ਲੜਾਈ ਨੂੰ ਮਨੋਂ ਵਿਸਾਰ ਚੁੱਕੀ ਸੀ ਤੇ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ ਇੱਕ ਆਜ਼ਾਦ ਵਸ਼ਿੰਦਿਆਂ ਦਾ ਸੁੱਖ ਮੰਨ ਰਹੀ ਸੀ। ਸੰਘਰਸ਼ ਕਰਕੇ, ਲੜਾਈ ਕਰਕੇ ਪੰਜਾਬੀ ਸੂਬਾ ਵੀ ਅਸੀਂ ਹਾਸਲ ਕਰ ਲਿਆ ਸੀ। ਪਰ 84 ਦਾ ਇਹ ਸੰਘਰਸ਼ ਜਿਸ ਵਿੱਚ ਆਪਣੇ ਮੁਲਕ ਦੀਆਂ ਫੌਜਾਂ ਨੇ ਹੀ ਸਿੱਖ ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ, ਸਭ ਤੋਂ ਵੱਡੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਤੇ ਟੈਂਕਾਂ ਨਾਲ ਹਮਲਾ ਕੀਤਾ, ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ, ਇਹ ਮੁੜ ਕਿਤੇ ਨਾ ਕਿਤੇ ਸਿੱਖ ਮਾਨਸਿਕਤਾ ਲਈ ਨਸੂਰ ਸਾਬਤ ਹੋਇਆ। ਅੰਦਰੋਂ ਇਦਾਂ ਦੀ ਆਵਾਜ਼ ਤਾਂ ਜ਼ਰੂਰ ਆਈ ਕਿ ਕੀ ਮਤਲਬ ਇੱਕ ਸਿੱਖਾਂ ਦਾ ਜਿਹੜਾ ਮੱਕਾ ਜਿਹਨੂੰ ਗਿਣਿਆ ਜਾਂਦਾ, ਇੱਕ ਧਾਰਮਿਕ ਸਾਡਾ ਸਭ ਤੋਂ ਅਜ਼ੀਮ ਜਿਹੜਾ ਪਲੇਸ ਹੈ ਸਾਡਾ, ਉੱਥੇ ਇਹ ਸਾਰਾ ਕੁਝ ਜੋ ਵਾਪਰਿਆ ਤੇ ਇੱਕ ਵਾਰੀ ਇਦਾਂ ਲੱਗਦਾ ਸੀ ਕਿ ਇਦਾਂ ਨਹੀਂ ਹੋਣਾ ਚਾਹੀਦਾ। ਇਹ ਮਨ ਦੇ ਅੰਦਰੋਂ ਜ਼ਰੂਰ ਹਰ ਵੇਲੇ ਇਹੋ ਆ ਜਾਂਦੀ ਕਿ ਇਹ ਹੋਣਾ ਨਹੀਂ ਚਾਹੀਦਾ ਸੀ, ਪਰ ਹੁਣ ਉਹ ਵਾਪਰ ਤਾਂ ਚੁੱਕਾ ਹੀ ਸੀ। ਅਸੀਂ ਅੱਜ ਵੀ ਜਦੋਂ ਹਰਿਮੰਦਰ ਸਾਹਿਬ ਜਾਂਦੇ ਹਾਂ, ਅਸੀਂ ਭਾਵੇਂ 33 ਸਾਲ ਹੋ ਗਏ ਨੇ, ਪਰ ਅੰਦਰੋਂ ਇੱਕ ਵਾਰੀ ਲੱਗਦਾ ਕਿ ਇੱਥੇ ਵੀ ਇਹਨਾਂ ਪ੍ਰਕਰਮਾਂ ਦੇ ਵਿੱਚ ਵੀ ਕਦੀ ਟੈਂਕ ਆਏ ਸਨ, ਕਦੀ ਇੱਥੇ ਗੋਲੀਆਂ ਚੱਲੀਆਂ ਸਨ। ਉਹ ਜਿਹੜਾ ਪਹਿਲੇ ਇੱਕ ਬੜੀ ਖਾਸ ਕਿਸਮ ਦੀ ਸੈਰੇਨਿਟੀ ਮਹਿਸੂਸ ਹੁੰਦੀ ਸੀ ਨਾ, ਉਹਦੇ ਵਿੱਚ ਇੱਕ ਡਿਸਟਰਬੈਂਸ, ਇੱਕ ਖਲਿਸ਼ ਖਲਾ ਇੱਕ ਜ਼ਰੂਰ ਪੈਦਾ ਹੋ ਗਿਆ। ਇਹ ਮਹੀਨੇ ਸੋਗ 'ਚ ਪੈ ਰਹੇ ਆ ਜੀ, ਰੋ ਲੈਣਾ, ਪਿੰਡ ਹੀ ਸੋਗ ਪੈ ਗਿਆ ਸਾਰੇ ਜੀ। 30-33 ਸਾਲ ਹੋ ਗਏ ਦਰਬਾਰ ਸਾਹਿਬ ਵੇਖਿਆ ਵੀ ਨਹੀਂ ਅੱਜ ਤੱਕ ਜਾ ਕੇ। ਲੋਕੀ ਕਹਿੰਦੇ ਨਾ ਉਹ ਫਲਾਣਾ ਮਰ ਜੂ ਮੱਸਿਆ ਲੱਗਣੋਂ ਹਟ ਚੱਲੀਏ, ਜਿਹਦਾ ਮਰ ਜਾਂਦਾ ਉਹਦੀ ਲੱਗਣੋਂ ਹਟ ਹੀ ਜਾਂਦੀ ਜੀ। ਹਾਂ, ਅਸੀਂ ਅੱਜ ਤੱਕ ਦਰਬਾਰ ਸਾਹਿਬ ਵੜੇ ਵੀ ਨਹੀਂ। ਜਿਹੜਾ ਸਮੁੱਚਾ ਜਿਹੜਾ ਦੋਸ਼ ਹੈ, ਮੈਂ ਆਪਣੀ ਜਾਤੀ ਰਾਏ ਜਾਂ ਜੋ ਮੇਰੇ ਪੜ੍ਹਾਈ ਦੇ ਆਧਾਰ ਤੇ ਮੈਂ ਕਹਾਂਗਾ, ਇਹ ਸਾਰਾ ਸੈਂਟਰ ਸਰਕਾਰ ਦੇ ਸਿਰ ਜਾਂਦਾ ਹੈ ਕਿ ਜਿਹੜੀਆਂ ਫੌਜਾਂ ਨੇ ਕਿਸੇ ਧਰਤੀ ਦੇ ਲੋਕਾਂ ਦੀ ਰਾਖੀ ਕਰਨੀ ਹੁੰਦੀ ਹੈ, ਉਹ ਫੌਜਾਂ ਇਸ ਧਰਤੀ ਦੇ ਵਾਰਸਾਂ ਨੂੰ ਕਤਲ ਕਰਨ ਵਾਸਤੇ ਆਈਆਂ ਨੇ। ਸਾਨੂੰ ਆਪਣੇ ਦੇਸ਼ ਦੇ ਨਾਗਰਿਕ ਹੋਣ ਦੇ ਉੱਤੇ ਇੱਕ ਸ਼ੱਕ ਪੈਦਾ ਹੋ ਗਿਆ ਕਿ ਕੀ ਸਾਡੀ ਆਪਣੀ ਫੌਜ ਹੀ ਸਾਡੇ ਉੱਤੇ ਹਮਲਾ ਕਰ ਸਕਦੀ। ਇਹ ਜਿਹੜਾ ਸੀ ਨਾ, ਇਹ ਬੜਾ ਪਰਟੀਨੈਂਟ ਕੁਐਸਚਨ ਮੇਰੇ ਦਿਮਾਗ 'ਚ ਹੁੰਦਾ ਸੀ ਕਿ ਫੌਜ, ਅਸੀਂ ਸੁਣਦੇ ਤੇ ਇਹ ਹੈ ਨਾ ਵੀ ਫੌਜ ਤੁਹਾਨੂੰ ਦੂਸਰੇ ਦੁਸ਼ਮਣ ਤੋਂ ਬਚਾਉਣ ਵਾਸਤੇ, ਦੂਸਰੇ ਮੁਲਕ ਦੇ ਜਿਹੜੇ ਹਮਲਾਵਰ ਨੇ ਉਹਨਾਂ ਤੋਂ ਬਚਾਉਣ ਲਈ ਹੈ, ਪਰ ਉਹ ਇੱਕ ਅਹਿਸਾਸ ਇਦਾਂ ਦਾ ਪੈਦਾ ਹੋ ਗਿਆ ਕਿ ਸਾਡੇ ਉੱਤੇ ਹੀ ਹਮਲਾ ਹੋ ਗਿਆ। ਔਰ ਇਸ ਨਸੂਰ ਨੇ ਸਾਨੂੰ ਦਿੱਤਾ ਬੇਗਾਨਗੀ ਦਾ ਅਹਿਸਾਸ। ਇੱਕ ਵਾਰੀ ਫੇਰ ਤਖਤ ਤੇ ਪੰਜਾਬ ਤੇ ਸਿੱਖਾਂ ਦੇ ਦਰਮਿਆਨ ਖਾਈ ਪੈ ਗਈ, ਔਰ ਇਹ ਖਾਈ ਆਉਣ ਵਾਲੇ 32-33 ਸਾਲਾਂ ਦੇ ਵਿੱਚ ਸੌੜੀ ਹੋਣ ਦੀ ਬਜਾਏ ਹੋਰ ਵੱਡੀ ਹੁੰਦੀ ਗਈ। ਕਿਤੇ ਨਾ ਕਿਤੇ ਉਹ ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਸਾਰਾ ਅੰਦੋਲਨ ਹੋਇਆ, ਜਿਨ੍ਹਾਂ ਮੰਗਾਂ ਨੂੰ ਲੈ ਕੇ ਟਕਰਾਅ ਹੋਇਆ, ਸਾਕਾ ਨੀਲਾ ਤਾਰਾ ਹੋਇਆ, ਅੱਜ ਵੀ ਐਵੇਂ ਹੀ ਰੁੱਲ ਰਹੀਆਂ ਨੇ। ਸਿੱਖ ਕਦੀ ਵੀ ਅੱਤਵਾਦ ਨਹੀਂ ਕਰਦਾ, ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦੀ ਹਾਂ, ਬੜੀ ਫਖਰ ਨਾਲ ਕਹਿੰਦੀ ਹਾਂ ਕਿ ਸਿੱਖ ਜਿਹੜੀ ਕੌਮ ਦੀ ਆਧਾਰ ਹੈ ਨਾ, ਧਾਰਮਿਕ ਆਧਾਰ, ਜੋ ਦੀ ਪਾਲਿਸੀ ਆ, ਉਹ ਦੋ ਧਾਰਾਵਾਂ 'ਤੇ ਨਿਰਭਰ ਕਰਦੀ ਹੈ, ਮੀਰੀ ਤੇ ਪੀਰੀ ਦੀ। ਮੀਰੀ ਦਾ ਮਤਲਬ ਹੈ ਬਾਦਸ਼ਾਹਤ, ਪੀਰੀ ਦਾ ਮਤਲਬ ਬਜ਼ੁਰਗੀ, ਅਧਿਆਤਮਵਾਦ, ਲੈ ਲਓ ਜੋ ਮਰਜ਼ੀ ਕਰ ਲਓ। ਪਰ ਜਿਹੜਾ ਉਹ 77-78 ਦਾ ਐਮਰਜੈਂਸੀ ਦਾ ਮੋਰਚਾ ਸੀ, ਜਿਹਦੇ ਵਿੱਚ ਸੰਤ ਕਰਤਾਰ ਸਿੰਘ ਜੀ ਹੋਰਾਂ ਨੇ ਬਹੁਤ ਸਾਰੇ ਦਿੱਲੀ ਦੇ ਵਿੱਚ ਜਲੂਸ ਕੱਢੇ ਜਾਂ ਨਗਰ ਕੀਰਤਨ ਕੱਢੇ ਲੋਕਾਂ ਦੀ ਜਾਗਰਤੀ ਵਾਸਤੇ, ਸੈਂਟਰ ਦੀ ਸਰਕਾਰ ਇਹ ਮੰਨਦੀ ਸੀ ਕਿ ਹਿੰਦੁਸਤਾਨ ਦੇ ਉਦੋਂ ਵੀ 110 ਕਰੋੜ ਆਬਾਦੀ ਸੀਗੀ, ਇਹ 110 ਕਰੋੜ ਦੀ ਆਬਾਦੀ ਵਿੱਚੋਂ ਕੋਈ ਵੀ ਕੌਮ ਜਿਹੜੀ ਹੈ ਐਮਰਜੈਂਸੀ ਦੇ ਖਿਲਾਫ ਨਹੀਂ ਬੋਲੀ। ਇਹ ਘੱਟ ਗਿਣਤੀ ਜਿਹੜੀ ਕੌਮ ਹੈ, ਇਹ ਇੰਨੀ ਜੁਰਤ ਦਲੇਰੀ ਦੇ ਨਾਲ ਇਹਨਾਂ ਨੇ ਆਵਾਜ਼ ਉਠਾਈ ਹੈ ਐਮਰਜੈਂਸੀ ਦੇ ਖਿਲਾਫ ਹੈ। ਤਾਂ ਸਾਨੂੰ ਇਹ ਸਾਰੇ ਘਟਨਾਕ੍ਰਮ ਪਿੱਛੇ ਲੱਗਦਾ ਕਿ ਕੋਈ ਬਦਲਾ ਲਓ ਨੀਤੀ ਸੀ, ਜਿਹੜੀ 84 ਦੇ ਵੇਲੇ ਇਹਨੂੰ ਘੱਲੂਘਾਰੇ ਦੇ ਰੂਪ ਵਿੱਚ ਕਹਿ ਲਓ, ਜਾਂ ਸਰਕਾਰ ਨੇ ਜੋ ਨਾਂ ਰੱਖਿਆ ਨੀਲਾ ਤਾਰਾ ਆਪਰੇਸ਼ਨ, ਉਹਦੇ ਰੂਪ ਵਿੱਚ ਕਹਿ ਲਓ, ਉਹ ਕੌਮ ਤੋਂ ਇੱਕ ਬਦਲਾ ਲਓ ਨੀਤੀ ਨਾਲ ਬਦਲਾ ਲਿਆ ਗਿਆ। ਫੋਰਸ ਨੇ ਜਾਂ ਮਿਲਟਰੀ ਨੇ ਸਾਨੂੰ ਇਹਨਾਂ ਪਿੰਡਾਂ ਦੇ ਲਾਗੇ ਲਾਗੇ ਬਹੁਤ ਜ਼ਿਆਦਾ ਸਾਨੂੰ ਤੰਗ ਕੀਤਾ ਹੈ। ਉਸ ਟਾਈਮ ਤੇ ਜਿਹਦੇ ਸਿਰ ਤੇ ਖੱਟਾ ਪਰਨਾ ਹੁੰਦਾ ਸੀ, ਉਹ ਕਹਿੰਦੇ ਇਹ ਅੱਤਵਾਦੀਆਂ। ਲੋਕਾਂ ਨੇ ਜਿਹਦੇ ਘਰ ਕੋਈ ਸੋਟਾ ਸੀ, ਮਾੜਾ ਮੋਟਾ ਕੋਈ ਕਿਰਪਾਨ ਆਵਾਜ਼ ਤੇ ਰੱਖੀ ਹੁੰਦੀ, ਉਹ ਵੀ ਲੋਕਾਂ ਨੇ ਛੱਪੜਾਂ ਸੁੱਟ ਦਿੱਤੀਆਂ। ਹਰ ਇੱਕ ਨੂੰ ਕਹਿੰਦੇ ਕਿ ਤੁਸੀਂ ਅੱਤਵਾਦੀਏ ਜੇ, ਇਹ ਖੱਟੇ ਪਰਨੇ ਵਾਲੇ ਸਾਰੇ ਅੱਤਵਾਦੀਏ ਗਿਣੇ ਜਾਂਦੇ। ਜਿਸ ਬੰਦੇ ਨਾਲ ਬੇਇਨਸਾਫੀ ਹੋ ਰਹੀ ਹੈ, ਉਹਨੇ ਤਾਂ ਆਖਰ
ਮੰਗ ਕਰਨੀ ਹੈ। ਉਹਨੇ ਕੀਤੀ, ਸੱਚੇ ਦਿਲੋਂ ਕੀਤੀ, ਲੇਕਿਨ ਮੁੱਲ ਨਹੀਂ ਪਾਇਆ ਸਰਕਾਰ ਨੇ। ਹਾਲਾਂਕਿ ਆਜ਼ਾਦੀ ਦੀ ਲਹਿਰ 'ਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਦੀਆਂ, 80% ਕੁਰਬਾਨੀਆਂ। ਸਾਰੀ ਜਿਹੜੀ ਇਹ ਖੇਡ ਰਾਜਨੀਤੀ ਦੀ ਹੈ, ਮਸਲਿਆਂ ਨੂੰ ਭਖਦਿਆਂ ਰੱਖਣਾ ਹੈ ਤੇ ਤਾਂ ਹੀ ਰਾਜਨੀਤੀ ਚੱਲਦੀ ਹੈ, ਕਿਉਂਕਿ ਇੱਕ ਪਾਰਟੀ ਦੇ ਵਿਰੋਧ 'ਚ ਦੂਜੀ ਪਾਰਟੀ ਨੇ ਰਹਿਣਾ। ਜਦੋਂ ਤੱਕ ਉਹ ਇੱਕ ਦੂਜੇ ਦੇ ਵਿਰੋਧ 'ਚ ਰਹਿਣਗੀਆਂ, ਉਦੋਂ ਤੱਕ ਆਮ ਜਨਤਾ ਜਿਹੜੀ ਹੈ ਉਹ ਵੰਡੀ ਰਹੇਗੀ, ਔਰ ਜਿਹੜੀ ਵੰਡੀ ਹੈ ਉਹ ਰਾਜਨੀਤੀ ਨੂੰ ਹਮੇਸ਼ਾ ਹੀ ਸੂਟ ਕਰਦੀ ਹੈ। ਉਹਨੇ ਅਟੈਕ ਕਰਾਇਆ, ਇਹ ਤੇ ਅਸੀਂ ਤੇ ਕਾਂਗਰਸ ਨੂੰ ਦੋਸ਼ੀ ਸਮਝਾਂਗੇ, ਹੋਰ ਕਿਸੇ ਨੂੰ। ਉਸ ਵੇਲੇ ਦੀ ਕਾਂਗਰਸ ਸਰਕਾਰ ਜਿਹੜੀ ਹੈ ਇਹਦਾ ਮੁੱਖ ਦੋਸ਼ੀ ਹੈ ਉਹ। ਮੈਂ ਜਿੱਥੋਂ ਤੱਕ ਕਹੂੰਗੀ ਕਿ ਇਹਦੇ 'ਚ ਸਰਕਾਰ ਦਾ ਕਸੂਰ ਜ਼ਿਆਦਾ, ਸਿੱਖਾਂ ਦਾ ਘੱਟ ਹੈ, ਕਿਉਂਕਿ ਜਿਸ ਨਾਲ ਬੇਇਨਸਾਫੀ ਉਹਦੇ ਤੜਫਣਾ ਹੀ ਹੈ, ਹੁਣ ਤੇ ਮੰਗ ਕਰਨੀ ਹੈ। ਚੰਗਾ ਰਹਿੰਦੇ ਜੋ ਵੀ ਸਿੱਖ ਖਾਲਿਸਤਾਨ ਮੰਗ ਲੈਂਦੇ ਉਦੋਂ, ਪਰ ਇਸ ਕਰਕੇ ਨਹੀਂ ਮੰਗਿਆ ਕਿਉਂਕਿ ਉਹਨਾਂ ਦੀ ਸਾਂਝ ਉਹਨਾਂ ਨਾਲ ਖੂਨ ਦੀ। ਦੇਖੋ, ਜਿਹੜੀ ਹਿੰਦੁਸਤਾਨ ਦੀ ਅੱਜ ਜਿਹੜਾ ਨੀਤੀ ਸ਼ਾਸਤਰ ਚੱਲ ਰਿਹਾ ਨਾ, ਜਿਹਨੂੰ ਅਸੀਂ ਜਿਹੜੇ ਤਾਂ ਵੇਖੋ ਸਿੱਖ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਇਹ ਕਿਸੇ ਵੀ ਧਰਮ ਨਾਲ ਜਾਤ ਨਾਲ ਨਫ਼ਰਤ ਨਹੀਂ ਕਰਦੀ। ਸਾਡਾ ਤਾਂ ਫਲਸਫਾ ਹੀ ਹੈ, ਮਾਨਸ ਕੀ ਜਾਤ ਸਭ ਇੱਕ ਹੈ, ਪਹਿਚਾਨ ਬੋਝੋ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ। ਜਿਹੜਾ ਸਿੱਖ ਫਲਸਫਾ ਇਹ ਕਿਸੇ ਨਾਲ ਵੀ ਧਰਮ ਕਰਕੇ, ਜਾਤ ਕਰਕੇ, ਮਜ਼ਹਬ ਕਰਕੇ, ਦੇਸ਼ ਕਰਕੇ ਵਿਤਕਰਾ ਨਹੀਂ ਕਰਦਾ। ਪਰ ਜਿਹੜੀ ਹਿੰਦੁਸਤਾਨ ਦੀ ਘਟਨਾਕ੍ਰਮ ਇਸ ਸਮੇਂ ਵਿੱਚ ਆ, ਜਾਂ ਲੋਕਾਂ 'ਚ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ ਜਾ ਰਿਹਾ ਕਿ ਜਿਹੜਾ ਇੱਕ ਮੱਤ ਨੂੰ ਹਾਈਲਾਈਟ ਕਰਨ ਵਾਸਤੇ ਜਾਂ ਘੱਟ ਗਿਣਤੀ ਕੌਮਾਂ ਨੂੰ ਦਬਾਉਣ ਵਾਸਤੇ ਬਹੁਤ ਸਾਰੇ ਮੁੱਦੇ ਇਹੋ ਜਿਹੇ ਆ ਰਹੇ ਨੇ ਜਿਹੜੇ ਉਹ ਧੱਕੇਸ਼ਾਹੀ ਨਾਲ ਕੀਤੇ ਜਾ ਰਹੇ ਨੇ। ਉਹਦੇ ਵਿੱਚ ਫਿਰ ਜਿਹੜਾ ਜਾਗਦੇ ਤੇ ਜੁਰਤ ਵਾਲੇ ਲੋਕਾਂ ਦੀ ਲੋੜ ਇਸ ਕਰਕੇ ਹੁੰਦੀ ਹੈ ਕਿ ਉਹ ਘੱਟੋ ਘੱਟ ਕੌਮ ਨੂੰ ਜਾਗਰਤ ਰੱਖਣ। ਔਰ ਮੈਂ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਗਿਆ, ਮੈਨੂੰ ਪਤਾ ਹੈ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ 21ਵੀਂ ਸਦੀ ਦਾ ਜਾਂ 20ਵੀਂ ਸਦੀ ਦਾ ਇੱਕ ਮਹਾਨ ਜਰਨੈਲ ਦੇ ਰੂਪ ਵਿੱਚ ਕੌਮ ਨੇ ਸਵੀਕਾਰ ਕੀਤਾ, ਔਰ ਦੁਨੀਆ ਭਰ ਵਿੱਚ ਉਹਨਾਂ ਦਾ ਵਿਰੋਧ ਜਿਹੜਾ ਬੱਚਾ ਕੋਈ 1984 ਤੋਂ ਬਾਅਦ ਵੀ ਪੈਦਾ ਹੋਇਆ ਉਹ ਨਹੀਂ ਸੁਣ ਸਕਦਾ। ਉਹਨਾਂ ਦੇ ਮਨਾਂ ਵਿੱਚ, ਹਿਰਦਿਆਂ ਵਿੱਚ, ਕਿਉਂਕਿ ਸਾਡੇ ਦੋ ਤਰ੍ਹਾਂ ਦੇ ਲੋਕ ਨੇ, ਹਰ ਇੱਕ ਦੀ ਆਪੋ ਆਪਣੀ ਵਿਚਾਰਧਾਰਾ ਜਾਂ ਆਪਣੀ ਪਹੁੰਚ ਵਿਧੀ ਹੁੰਦੀ ਹੈ। ਮੈਂ ਕਿਸੇ ਤੇ ਗੱਲ ਠੋਸ ਨਹੀਂ ਸਕਦਾ। ਕੁਝ ਲੋਕਾਂ ਨੂੰ ਹੁੰਦਾ ਕਿ ਜਿਹੜੀ ਨੈਗੇਟਿਵਿਟੀ ਵਿੱਚ ਇੱਕ ਧਿਰ ਨੂੰ ਦੋਸ਼ੀ ਠਹਿਰਾਉਣਾ। ਤਾਂ ਮੈਨੂੰ ਪਤਾ ਹੈ ਕਿ ਕੁਝ ਲੋਕਾਂ ਨੇ ਸੰਤਾਂ ਦੇ ਪ੍ਰਤੀ ਵੀ ਇਸ ਤਰ੍ਹਾਂ ਦਾ ਜਿਹੜਾ ਰੂਪ ਆਪਣੇ ਵਿਚਾਰਾਂ ਦਾ ਧਾਰਿਆ ਕਿ ਸ਼ਾਇਦ ਉਹਨਾਂ ਨੇ ਸੰਤਾਂ ਪ੍ਰਤੀ ਵੀ ਇਸ ਤਰ੍ਹਾਂ ਦੇ ਸ਼ਬਦ ਵਰਤੇ ਹੋਣਗੇ। ਪਰ 37 ਗੁਰਦੁਆਰਿਆਂ 'ਤੇ ਅਟੈਕ ਹੋਇਆ, ਇਹਦਾ ਮਤਲਬ ਸੰਤ ਜਰਨੈਲ ਸਿੰਘ ਤਾਂ ਕੇਵਲ ਹਰਿਮੰਦਰ ਸਾਹਿਬ ਵਿੱਚ ਸਨ। ਜਿਹੜੇ ਰਹਿੰਦੇ 37 ਗੁਰਦੁਆਰਿਆਂ ਵਿੱਚ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਜਾਂ ਸਿੱਖ ਲੋਕਾਂ ਨੂੰ ਮਾਰਿਆ ਗਿਆ ਜਾਂ ਕੁੱਟਿਆ ਗਿਆ, ਇਹਦਾ ਮਤਲਬ ਸਾਡੀ ਕੌਮ ਪ੍ਰਤੀ ਜਿਹੜਾ ਕੌਮ ਘਾਤ ਕਰਨ ਵਾਸਤੇ ਸੈਂਟਰ ਦੀ ਮਾਨਸਿਕਤਾ ਸੀ, ਇਸ ਮੁੱਦੇ ਨੂੰ ਕੇਵਲ ਉਭਾਰਿਆ ਗਿਆ। ਓਵਰਆਲ ਸਮੁੱਚੇ ਪੰਜਾਬ ਵਿੱਚ ਸਿੱਖ ਆਵਾਮ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਬਾਹਰ ਜਿਹੜੇ ਉਹ ਆ ਗਏ ਤੇ ਨਾਕਾ ਨੰਬਰ 2 ਦੇ ਉੱਤੇ ਉਹ ਸਾਰੇ ਸਿੰਘ ਜਿਹੜੇ ਪਹਿਲਾਂ ਵੀ ਸੀਗੇ, ਬਾਅਦ 'ਚ ਅਸੀਂ ਵੀ ਗਏ, ਉਹ ਸਾਰੇ ਉੱਥੇ ਉਹਨਾਂ ਨੇ ਧੁੱਪੇ ਉਸ ਤਰ੍ਹਾਂ ਢਿੱਡ ਭਰਨੇ ਜਿਹੜੇ ਉਹ ਪਾਏ। ਇਸ ਉਪਰੰਤ ਇਸ ਤੋਂ ਪਹਿਲਾਂ ਜਦੋਂ 3 ਜਿਹੜੇ ਹੈਗੇ ਆ ਉਹ ਇੱਥੇ ਦੇ ਸਿੰਘ ਜਿਹੜੇ ਸੀਗੇ, 2 ਤਾਂ ਸਾਡੇ ਨਾਲ ਸੀਗੇ, ਉਹ ਬਾਹਰ ਆ ਰਹੇ ਸੀ, ਉਹਨਾਂ ਦੇ ਇੱਕ ਦੇ ਸਿਰ 'ਚ ਗੋਲੀ ਮਾਰੀ, ਇੱਕ ਦੇ ਗੋਲੀ ਵੱਜੀ, ਉਹ ਰਸਤੇ ਦੇ ਵਿੱਚ ਲਿਜਾ ਕੇ ਉਹਨਾਂ ਨੇ ਇਲਾਜ ਕਰਾਉਣ ਵਾਸਤੇ ਲਿਜਾ ਕੇ, ਲੇਕਿਨ ਉੱਥੇ ਹਸਪਤਾਲ ਜਾਣ ਦੀ ਜਗ੍ਹਾ 'ਤੇ ਰਸਤੇ 'ਚ ਹੀ ਫੌਜ ਨੇ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰਤਾ। ਇੱਕ ਬਾਬਾ ਸੀਗਾ ਜਿਹਦੀ ਜੁੱਤੀਆਂ ਵਾਲੇ ਪਾਸੇ ਨਾਕਾ ਨੰਬਰ 1 'ਤੇ ਡਿਊਟੀ ਸੀ, ਉਹਨੂੰ ਵੀ ਗੋਲੀ ਮਾਰ ਦਿੱਤੀ ਗਈ। ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਆਸੇ-ਪਾਸੇ ਰਹਿੰਦੇ ਸੀ, ਉਹਨਾਂ 'ਚ ਵੀ 2 ਪਰਿਵਾਰਾਂ ਦਾ ਸਾਨੂੰ ਜਿਹੜਾ ਹੈਗਾ ਉਹ ਪਤਾ ਲੱਗਿਆ ਕਿ ਵੀ ਉਹਨਾਂ ਨੂੰ ਵੀ ਗੋਲੀ ਜਿਹੜੀ ਆ ਮਾਰ ਦਿੱਤਾ ਗਿਆ। ਅਤੇ ਉਸ ਫੱਟੜ ਹੋਣ ਤੋਂ ਬਾਅਦ ਜਿਹੜੀ ਮਿਲਟਰੀ ਜਿਹੜੀ ਉਹ ਆਪੇ ਤੋਂ ਬਾਹਰ ਹੋਣ ਵਾਲੀ ਗੱਲ ਸੀ, ਜਿਹੜੇ ਮਿਲਟਰੀ ਦੇ 8-9 ਜਿਹੜੇ ਜਵਾਨ ਫੱਟੜ ਹੋਏ ਸੀ, ਤੋਂ ਇੱਥੋਂ ਜਿਹੜੇ ਨੇੜਲੇ ਘਰ ਸੀ ਉਹਨਾਂ ਦੇ ਵਿੱਚੋਂ ਵੀ ਲੋਕਾਂ ਨੂੰ ਕੱਢ ਕੇ, ਜਿਹੜੇ ਸਿੱਖ ਪਰਿਵਾਰ ਸੀ ਉਹਨਾਂ ਨੂੰ ਕੱਢ ਕੇ, ਖਾਸ ਕਰਕੇ ਮਰਦਾਂ ਨੂੰ, ਜਿਹੜੇ ਨੌਜਵਾਨ ਬੱਚੇ ਸੀ ਉਹਨਾਂ ਨੂੰ ਕੰਧਾਂ ਨਾਲ ਲਾ ਲਿਆ ਗਿਆ ਕਿ ਉਹਨਾਂ ਨੂੰ ਮਾਰ ਨਹੀਂ ਲੱਗੇ ਸੀ ਕਿ ਇੱਕ ਕੋਈ BSF ਦਾ ਅਧਿਕਾਰੀ, ਮੈਂ ਨਾਂ ਭੁੱਲ ਗਿਆ ਉਸਦਾ, ਅਤੇ ਉਹਨੇ ਆ ਕੇ ਇਸ ਗੱਲ ਦੀ ਜਿਹੜੀ ਉਹਨਾਂ ਨੂੰ ਰੋਕਿਆ ਔਰ ਵਾਪਸ ਉਹਨਾਂ ਨੂੰ ਆਪਣੇ ਘਰੇ ਭੇਜਿਆ। ਕੋਈ ਨਿਆਂ ਨਹੀਂ ਮਿਲਿਆ, ਕਿਸੇ ਨੇ ਟੀਮ ਨਹੀਂ ਮਾਰੀ। ਇਹ ਹੱਥ ਜੋੜੀ ਦਾ ਮਹਾਰਾਜ ਵੀ ਚਲੋ ਦਿੱਤਾ ਲਿਆ, ਕੋਈ ਗਿਆ ਪਾਈ ਗਏ ਆ। ਬਾਰ ਦੁਨੀਆ ਦਾ ਆ ਜਾਣਾ ਕਿਸੇ ਬੰਦੇ ਨੇ, ਜਿੱਦਾਂ ਅਸੀਂ ਵੇਖਿਆ ਉੱਥੇ ਤੇ ਬਹੁਤ ਮੰਦਾ ਹਾਲ, ਉੱਥੇ ਪਤਾ ਨਹੀਂ ਦਿੱਤਾ ਲਿਆ ਕੇ ਆ ਗਏ, ਨਹੀਂ ਤੇ ਬਜਣਾ ਕੰਮ ਨਹੀਂ ਹੈਗਾ ਉੱਥੇ। ਇਹੋ ਪਰਮਾਤਮਾ ਦੇ ਗੜੀ ਅਰਦਾਸ ਕਰਦੇ ਹਾਂ, ਮਾਲਕਾ ਇਹੋ ਜਿਹਾ ਸਮਾਂ ਕਿਤੇ ਮੁੜ ਕੇ ਨਾ ਆਵੇ, ਚੰਗਾ ਸਮਾਂ ਆਵੇ। ਸਾਡਾ ਜਿਹੜਾ ਸਿੱਖ ਸਿਧਾਂਤ ਹੈ ਉਹ ਮਤਲਬ ਵਿਸ਼ਵ ਸ਼ਾਂਤੀ ਨੂੰ
ਵਿਸ਼ਵ ਭਾਈਚਾਰੇ ਨੂੰ ਕਲਾਵੇ 'ਚ ਲੈਂਦਾ ਹੈ ਔਰ ਉਸ ਫਲਸਫੇ ਅਨੁਸਾਰ ਜਿਹੜੀ ਸਿੱਖ ਮਾਨਸਿਕਤਾ ਵਿੱਚ ਕਿਸੇ ਧਰਮ ਪ੍ਰਤੀ ਕੋਈ ਵਿਰੋਧ ਨਾ ਉਦੋਂ ਸੀ, ਨਾ ਅੱਜ ਹੈ, ਨਾ ਭਵਿੱਖ ਵਿੱਚ ਰਹੇਗਾ। ਨਿੱਕੇ ਮੋਟੇ ਜਾਤੀ ਵਿਤਕਰੇ ਤਾਂ ਸਕੀਆਂ ਭੈਣਾਂ ਵੀ ਲੜ ਪੈਂਦੀਆਂ ਨੇ, ਸਕੇ ਭਰਾ ਵੀ ਜ਼ਮੀਨ ਵੰਡਣ ਤੋਂ ਲੜ ਪੈਂਦੇ ਨੇ। ਇਹ ਨਾਰਮਲ ਗੱਲਾਂ ਹੁੰਦੀਆਂ ਨੇ, ਇਹ ਡਿਪਾਰਟਮੈਂਟਾਂ 'ਚ ਵੀ ਹੁੰਦੀਆਂ, ਕਾਲਜਾਂ, ਯੂਨੀਵਰਸਿਟੀਆਂ 'ਚ, ਗੁਰਦੁਆਰਿਆਂ 'ਚ, ਸੰਗਤਾਂ 'ਚ, ਇਹ ਨਾਰਮਲ ਗੱਲਾਂ ਨੇ। ਪਰ ਜਿਹੜੀ ਦੁਸ਼ਮਣੀ ਦੀ ਹੱਦ ਤੱਕ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਹਿੱਤਾਂ ਵਾਸਤੇ, ਜਿਉਂਦੇ ਰਹਿਣ ਵਾਸਤੇ, ਕੌਮਾਂ ਦੀ ਜਾਗਰਤੀ ਵਾਸਤੇ ਵਾਰਸ ਲੋਕ ਹਮੇਸ਼ਾ ਗਤੀਸ਼ੀਲ ਹੁੰਦੇ ਆ। ਇਸ ਕਰਕੇ ਜੇ ਵਿਸ਼ਵ ਭਰ ਦੇ ਵਿੱਚ ਜਿਹੜੇ ਲੋਕ 84 ਤੋਂ ਬਾਅਦ ਵੀ ਗਏ ਜਾਂ ਉਸ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਦੁੱਖ ਜਾਂ ਆਪਣਾ ਜਿਹੜਾ ਜਜ਼ਬਾ ਪ੍ਰਗਟ ਕੀਤਾ ਹੈ, ਉਹ ਉਹਨਾਂ ਦਾ ਹੱਕ ਸੀਗਾ, ਕਿਉਂਕਿ ਉਹ ਸਾਡੀ ਸ਼ਕਤੀ ਨੇ। ਪਰ ਉਹ ਠੀਕ ਹੈ ਕਿ ਉਸ ਸ਼ਕਤੀ ਦੇ ਤਹਿਤ ਕਿਸੇ ਨੂੰ ਨਜਾਇਜ਼ ਫਾਇਦਾ ਨਹੀਂ ਲੈਣਾ ਚਾਹੀਦਾ, ਪਰ ਓਵਰਆਲ ਕੌਮੀਅਤ ਦੀ ਭਾਵਨਾ ਦੇ ਨਾਲ ਬੋਲਣਾ ਸਾਡਾ ਧਰਮ ਆ। ਔਰ ਜੇ ਗਲਤ ਹੋਵੇ ਤੇ ਫਿਰ ਸਾਨੂੰ ਸਤਿਗੁਰਾਂ ਨੇ ਵੀ ਕਿਹਾ ਕਿ ਜਬੇ ਬਾਣ ਲੱਗ ਤਵੇ ਰੋਸ ਜਾਗਿਓ। ਜੇ ਕੋਈ ਬਾਣ ਲਾਉਂਦਾ ਤੇ ਰੋਸ ਜਾਗਣਾ ਵੀ ਚਾਹੀਦਾ। ਆਖਿਰ 'ਚ ਮੈਂ ਦਾਅਵੇ ਨਾਲ ਕਹਿੰਦਾ ਕਿ ਪੰਜਾਬ ਦੇ ਵਿੱਚ ਉਹ ਬਦਅਮਨੀ ਅਤੇ ਸਿੱਖ ਮਾਨਸਿਕਤਾ ਵਿੱਚ ਉਹ ਬੇਗਾਨਗੀ ਦੇ ਬੀਜ ਬੀਜਣ ਵਾਲਾ ਉਹ ਸਮਾਂ ਤੇ ਭਾਵੇਂ ਲੰਘ ਗਿਆ। ਹੋਰ ਸਮਿਆਂ ਵਾਂਗੂ ਵੀ ਜਦੋਂ ਹੋਰ ਘੱਲੂਘਾਰੇ ਹੋਏ, ਹੋਰ ਸਾਕੇ ਹੋਏ, ਚਾਹੇ ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ ਜਾਂ ਉਸ ਤੋਂ ਬਾਅਦ ਵੱਡਾ ਤੇ ਛੋਟਾ ਘੱਲੂਘਾਰਾ, ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੀ ਇੱਕ ਕੌਮ ਹੈ ਤੇ ਜਿਹਨੇ ਹਮੇਸ਼ਾ ਅਗਾਹਾਂ ਹੀ ਵੇਖਿਆ ਹੈ। ਕਿਤੇ ਨਾ ਕਿਤੇ ਇਹ ਜ਼ਖਮ, ਇਹ ਨਸੂਰ ਸਾਡੀ ਮਾਨਸਿਕਤਾ 'ਚ ਤਰਾ ਸ੍ਰਿਸ਼ਟੀ ਕਾਇਮ ਰਹੇਗਾ ਤੇ ਇਹ ਵੀ ਇਤਿਹਾਸ ਦੇ ਜ਼ਖਮੀ ਪੰਨਿਆਂ ਵਾਂਗੂ ਕਿਤੇ ਨਾ ਕਿਤੇ ਸਿੱਖ ਇਤਿਹਾਸ ਦੇ ਵਿੱਚ ਜੁੜ ਜਾਏਗਾ। ਪਰ ਇਸ ਦੇ ਬਾਵਜੂਦ ਮੈਂ ਉਮੀਦ ਕਰਦਾ ਕਿ ਹਰ ਵਰੇ ਜਦ ਜੂਨ 84 ਆਏਗਾ, ਉਹ ਜ਼ਖਮ ਤਾਂ ਕਿਤੇ ਨਾ ਕਿਤੇ ਫੇਰ ਰਿਸਣਗੇ, ਫੇਰ ਅੱਲੇ ਹੋਣਗੇ। ਪਰ ਅਗਾਂਹ ਵੇਖਦਿਆਂ ਹੋਇਆਂ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਸਿੱਖ ਕੌਮ 160 ਦੇਸ਼ਾਂ ਦੇ ਵਿੱਚ ਆਪਣੀ ਮੌਜੂਦਗੀ ਨੂੰ, ਆਪਣੀ ਚੜ੍ਹਦੀ ਕਲਾ ਨੂੰ ਪ੍ਰਮਾਣਿਤ ਕਰਦੀ ਰਹੇਗੀ। ਸਤਿ ਸ਼੍ਰੀ ਅਕਾਲ ਦੋਸਤੋ, ਫਿਰ ਮਿਲਾਂਗੇ।